ਦਾਦੇ ਦਾ ਨਾਮ ਕੀ ਹੈ ਉਹ ਦੱਸੇਗਾ, ਪਰ ਜੇ ਪੁੱਛੀਏ ਕਿ ਉਹਦੇ ਦਾਦੇ ਦਾ ਨਾਮ ਕੀ ਹੈ ਤੇ ਕੋਈ ਵੀ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਕਿਉਂਕਿ ਅਸੀਂ ਉਹਨਾਂ ਨੂੰ ਕਦੇ ਯਾਦ ਹੀ ਨਹੀਂ ਕਰਦੇ, ਨਾ ਯਾਦ ਕਰਨ ਦਾ ਯਤਨ ਕੀਤਾ ਹੈ। ਕਿਉਂ ਨਹੀਂ ਯਾਦ ਕਰਦੇ? ਕਿਉਂਕਿ ਉਹਨਾਂ ਨੇ ਇਸ ਭਵਜਲ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਨਹੀਂ ਜਪਣਾ ਕੀਤਾ। ਅਸੀਂ ਮਹਾਂਪੁਰਖਾਂ ਨੂੰ ਕਿੰਨਾ ਸਮਾਂ ਹੋ ਗਿਆ ਸੱਚਖੰਡ ਚਲੇ ਗਿਆ ਨੂੰ, ਪਰ ਆਤਮ ਕਰਕੇ ਮਹਾਂਪੁਰਖ ਅੱਜ ਵੀ ਜਿਉਂਦੇ ਨੇ, ਅੱਜ ਵੀ ਸਾਡੇ ਵਿੱਚ ਨੇ, ਅੱਜ ਵੀ ਵਰਤਦੇ ਨੇ, ਅੱਜ ਵੀ ਸਾਡੇ ਉੱਪਰ ਕਿਰਪਾ ਕਰਦੇ ਨੇ। ਪਿਆਰਿਓ, ਅੱਜ ਵੀ ਮਹਾਂਪੁਰਖ ਆਤਮਾ ਕਰਕੇ ਸਾਡੇ ਵਿੱਚ ਨੇ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਜਿਸ ਸਮੇਂ ਉਹ ਤਨ ਕਰਕੇ ਇਸ ਸੰਸਾਰ ਦੇ ਵਿੱਚ ਮੌਜੂਦ ਸੀ, ਆਪਣੇ ਦਰਸ਼ਨ ਦਿੰਦੇ ਸੀ, ਉਦੋਂ ਵੀ ਅਸੀਂ ਸਤਿਕਾਰ ਕਰਦੇ ਸਾਂ, ਉਦੋਂ ਵੀ ਨਮਸਕਾਰਾਂ ਕਰਦੇ ਸਾਂ, ਉਦੋਂ ਵੀ ਮਹਾਂਪੁਰਖਾਂ ਦੇ ਚਰਨਾਂ ਵਿੱਚ ਸਪਰਸ਼ ਕਰਦੇ ਸਾਂ, ਵੰਦਨਾ ਕਰਦੇ ਸਾਂ, ਤੇ ਅੱਜ ਵੀ ਅਸੀਂ ਕਰਦੇ ਹਾਂ। ਕਿਉਂਕਿ ਇਹ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਉਹ ਸਾਰੇ ਇਸ ਸੰਸਾਰ ਦੇ ਵਿੱਚ ਉੱਚੇ ਨੇ। ਅੱਜ ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਯਾਦ ਕਰਦੇ ਹਾਂ, ਭਗਤ ਧਰੂ ਜੀ ਨੂੰ ਯਾਦ ਕਰਦੇ ਹਾਂ, ਭਗਤ ਪ੍ਰਹਿਲਾਦ ਜੀ ਨੂੰ ਯਾਦ ਕਰਦੇ ਹਾਂ। ਯਾਦ ਕਰਨ ਦਾ ਇੱਕ ਹੀ ਕਾਰਨ ਹੈ, ਕਿਉਂਕਿ ਉਹਨਾਂ ਨੇ ਨਾਮ ਜਪਣਾ ਕੀਤਾ ਹੈ। ਜਿਵੇਂ ਪਿਆਰਿਓ ਬਾਬਾ ਦਲੀਪ ਸਿੰਘ ਜੀ ਨੇ ਆਪ ਨਾਮ ਜਪਿਆ, ਹੋਰਾਂ ਨੂੰ ਜਪਾਉਣਾ ਕੀਤਾ, ਇਸੇ ਤਰ੍ਹਾਂ ਉਹਨਾਂ ਦੇ ਖੂਨਹਾਰ ਸਪੁੱਤਰ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ, ਉਹ ਵੀ ਆਪ ਜੁੜੇ ਨੇ ਤੇ ਹੋਰਾਂ ਨੂੰ ਜੋੜ ਰਹੇ ਨੇ। ਆਪ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾਲ ਜੁੜੇ ਨੇ ਤੇ ਹੋਰਾਂ ਨੂੰ ਉਹ ਜੋੜਨ ਦਾ ਯਤਨ ਕਰਦੇ ਨੇ। ਇਸ ਕਰਕੇ ਪਿਆਰਿਓ, ਅਸੀਂ ਸੰਸਾਰ ਦੇ ਵਿੱਚ ਆਏ ਹਾਂ। ਮਹਾਰਾਜ ਕਹਿੰਦੇ ਇਹ ਦੇਹੀ ਦੁਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ। ਮਰ ਨਾ ਜਾਹੀ ਜਿਨਾ ਬਿਸਰਤ ਨਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਕਹਿੰਦੇ ਨਾਮ ਜਪਣ ਤੋਂ ਬਿਨਾਂ ਇਹ ਸਰੀਰ ਕਿਸੇ ਵੀ ਕੰਮ ਨਹੀਂ। ਇਸ ਕਰਕੇ ਪਿਆਰਿਓ, ਨਾਮ ਜਪੀਏ, ਨਾਮ ਜਪ ਕੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਈਏ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਬਰੀਆ। ਇਹ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਇਸ ਭਵਜਲ ਤੋਂ ਪਾਰ ਹੋ ਸਕੀਏ, ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਣ ਦਾ ਯਤਨ ਕਰੀਏ। ਦਿਓ ਅਸੀਸ, ਦਾਸ ਦੇ ਪਾਸੋਂ ਬੇਨਤ ਭੁੱਲਾਂ ਹੋਈਆਂ ਨੇ, ਅਣਜਾਣ ਸਮਝ ਕੇ ਮਾਫ ਕਰਿਓ। ਦਿਓ ਅਸੀਸ, ਗੁਰੂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਜਸਕਰਨ ਸਿੰਘ ਜੀ, ਜਿਨ੍ਹਾਂ ਨੇ ਕਥਾ ਕਹਾਣੀਆਂ ਗੁਰੂ ਕੀ ਬਾਣੀ ਦੇ ਅਰਥਾਂ ਦੇ ਨਾਲ ਸਾਨੂੰ ਜੋੜ ਕੇ ਹਾਜ਼ਰੀ ਭਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ਹੁਣ ਮੈਂ ਬੇਨਤੀ ਕਰਾਂਗਾ, ਗਿਆਨੀ ਅਜੀਤ ਸਿੰਘ ਜੀ ਦਰਦੀ ਕਵੀਸ਼ਰ ਜਥਾ, ਉਹ ਦੀਵਾਨ ਦੀ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਚ ਗਿਆਨੀ ਬਲਜੀਤ ਸਿੰਘ ਜੀ ਕੋਟਲਾ ਸ਼ਰਫ, ਉਹ ਤਿਆਰ ਰਹਿਣ। ਸੋ ਗਿਆਨੀ ਜੀ ਉਹਨਾਂ ਨੂੰ, ਗਿਆਨੀ ਅਜੀਤ ਸਿੰਘ ਜੀ, ਉਹਨਾਂ ਦੇ ਸਮਾਂ ਤੇ 20 ਮਿੰਟ ਸੀ, ਪਰ ਅੱਧਾ ਘੰਟਾ ਉਹਨਾਂ ਨੂੰ ਸਮਾਂ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਹੁਣ ਬੇਨਤੀ ਹੈ ਭਾਜੀ ਉਹਨਾਂ ਦੇ ਗਾੜੀ ਕਿ ਆਪਣੇ ਸਮੇਂ ਦੇ ਵਿੱਚ ਰਹਿ ਕੇ ਤੇ ਦੀਵਾਨ ਦੀ ਹਾਜ਼ਰੀ ਭਰਨੀ ਹੈ ਜੀ। ਉਹਨਾਂ ਤੋਂ ਬਾਅਦ ਬਲਜੀਤ ਸਿੰਘ ਜੀ ਕੋਟਲਾ ਸ਼ਰਫ, ਉਹ ਤਿਆਰ ਰਹਿਣ ਜੀ। ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। कबीर चंदन का बरवा पला बेड़ियो टाक पलास, ओए पी चंदन होए रहे बसे जो चंदन पास। कबीर बांस बढ़ाई बूढ़िया उमद डूबे कोए, चंदन कै निकटे बसै बांस सुगंध न होए।
ਦਾਤਾ ਸ਼ਹਿਰ ਕਰਨ ਅਰਜੋਈ, ਬਖਸ਼ੋ ਦਰ ਡਿੱਗਿਆਂ ਨੂੰ ਢੋਈ, ਜਾਈਏ ਕਵਤਾ ਹਾਰ ਪਰੋਈ, ਖੁਸ਼ੀਆਂ ਖਜ਼ਾਨਾ ਜ਼ਿੰਦਗੀ ਦੇ ਭਾਗ ਚੋਂ, ਮੁੱਕੇ ਨਾ ਖਜ਼ਾਨਾ ਜ਼ਿੰਦਗੀ ਦੇ ਭਾਗ ਚੋਂ। ਇਹ ਜਗ ਚਾਰ ਦਿਨਾਂ ਦੀ ਬੱਲੇ, ਜਾਣਾ ਅੰਤ ਝਾੜ ਕੇ ਪੱਲੇ, ਜਿੰਦ ਨੂੰ ਮੌਤ ਸੁਣੇ ਕੱਲੇ, ਛੇਤੀ ਕਰੇ ਆਉਣ ਨੂੰ, ਮਿਲਿਆ ਜਨਮ ਤੇਰਾ ਜਸ ਗਾਉਣ ਨੂੰ, ਮਿਲਿਆ ਜਨਮ ਤੇਰਾ ਜਸ ਗਾਉਣ ਨੂੰ। ਦਾਤਾ ਸ਼ਹਿਰ ਕਰਨ ਅਰਜੋਈ, ਦਾਤਾ ਸ਼ਹਿਰ ਕਰਨ ਅਰਜੋਈ, ਬਖਸ਼ੋ ਦਰ ਡਿੱਗਿਆਂ ਨੂੰ ਢੋਈ, ਜਾਈਏ ਕਵਤਾ ਹਾਰ ਪਰੋਈ, ਖੁਸ਼ੀਆਂ ਦੇ ਬਾਗ ਚੋਂ, ਮੁੱਕੇ ਨਾ ਖਜ਼ਾਨਾ ਜ਼ਿੰਦਗੀ ਦੇ ਭਾਗ ਚੋਂ, ਮੁੱਕੇ ਨਾ ਖਜ਼ਾਨਾ ਜ਼ਿੰਦਗੀ ਦੇ ਭਾਗ ਚੋਂ। ਇਹ ਜਗ ਚਾਰ ਦਿਨਾਂ ਦੀ ਬੱਲੇ, ਜਾਣਾ ਅੰਤ ਝਾੜ ਕੇ ਪੱਲੇ, ਜਿੰਦ ਨੂੰ ਮੌਤ ਸੁਣੇ ਕੱਲੇ, ਛੇਤੀ ਕਰੇ ਆਉਣ ਨੂੰ, ਮਿਲਿਆ ਜਨਮ ਤੇਰਾ ਜਸ ਗਾਉਣ ਨੂੰ, ਮਿਲਿਆ ਜਨਮ ਤੇਰਾ ਜਸ ਗਾਉਣ ਨੂੰ। ਇਹ ਕਮਲੀ ਮਤ ਕੁਰਾਹੇ ਪੈ ਗਈ ਹੋ, ਕਮਲੀ ਮਤ ਕੁਰਾਹੇ ਪੈ ਗਈ, ਜ਼ਿੰਦਗੀ ਵੱਲ ਨਿਵਾਣਾ ਵਹਿ ਗਈ, ਤੇਰੀ ਦਿਲੋਂ ਸਿਦਕ ਦੀ ਟਹਿ ਗਈ, ਹੋ ਗਈ ਹੋਰ ਮਾਲਕਾ, ਚੱਲਦਾ ਨੀ ਐਬਾ ਮੂਰੇ ਜੋਰ ਮਾਲਕਾ, ਚੱਲਦਾ ਨੀ ਐਬਾ ਮੂਰੇ ਜੋਰ ਮਾਲਕਾ। ਇਹ ਵਰਗੇ ਧਰਮਰਾਜ ਜਦ ਫੁੱਲੇ, ਰਹਿਣੇ ਫੇਰ ਜਰਾ ਨਾ ਓਲੇ, ਰਹਿਣੇ ਫੇਰ ਜਰਾ ਨਾ ਓਲੇ, ਖੁੱਲਣੇ ਭਾਗ ਮਾਲਕਾ, ਰੱਖ ਲਈ ਸਭਾ 'ਚ ਆਪੇ ਰਾਜ ਮਾਲਕਾ, ਰੱਖ ਲਈ ਸਭਾ 'ਚ ਆਪੇ ਲਾਜ ਮਾਲਕਾ। ਭੁੱਲਣ ਹਾਰ ਹਜੀਵ ਵਿਚਾਰਾ ਜੀ, ਭੁੱਲਣ ਹਾਰ ਹਜੀਵ ਵਿਚਾਰਾ, ਖੋਟਿਆਂ ਕਰਮਾਂ ਦਾ ਵਣਜਾਰਾ, ਸਾਹਿਬਾ ਤੂੰ ਏ ਬਖਸ਼ਣ ਹਾਰਾ, ਛੇਤੀ ਕਰੇ ਆਉਣ ਨੂੰ, ਮਿਲਿਆ ਜਨਮ ਤੇਰਾ ਜਸ ਗਾਉਣ ਨੂੰ, ਮਿਲਿਆ ਜਨਮ ਤੇਰਾ ਜਸ ਗਾਉਣ ਨੂੰ। ਇਹ ਲੱਖਾਂ ਰੰਗ ਜ਼ਿੰਦਗੀ ਦੇ ਮਾਣੇ, ਡੂੰਘੇ ਭੇਦ ਇਲਮ ਦੇ ਜਾਣੇ, ਲੱਗਣੀ ਗੱਲ ਨਾ ਕਿਸੇ ਟਿਕਾਣੇ, ਤੇਰੀ ਤੂੰ ਜਾਣਦਾ, ਖਰੇ ਖੋਟੇ ਵਿੱਚ ਪਲਾਂ ਦੇ ਪਛਾਣਦਾ, ਖਰੇ ਖੋਟੇ ਵਿੱਚ ਪਲਾਂ ਦੇ ਪਛਾਣਦਾ। ਤੇਰੇ ਮਜਬਾਂ ਵਿੱਚ ਨਾ ਰੌਲਾ ਜੀ, ਤੇਰੇ ਮਜਬਾਂ ਵਿੱਚ ਨਾ ਰੌਲਾ, ਜਪਦਾ ਰਾਮ ਕਿਤੇ ਕੋਈ ਮੌਲਾ, ਕਾਜੀ ਪੰਡਤਾਂ ਦਾ ਦਿਲ ਹੌਲਾ, ਰਹਿੰਦਾ ਤੋੜੇ ਕੱਸਦਾ, ਸਾਰਿਆਂ ਜੀਵਾਂ 'ਚ ਤੇਰਾ ਨੂਰ ਵਸਦਾ, ਸਾਰਿਆਂ ਜੀਵਾਂ 'ਚ ਤੇਰਾ ਨੂਰ ਵਸਦਾ। ਇਹ ਲੰਘ ਗਈ ਸੁੱਤਿਆਂ ਉਮਰ ਬਥੇਰੀ, ਹੁਣ ਨਾ ਕਰੀ ਮਾਲਕਾ ਦੇਰੀ, ਇੱਕੋ ਅਰਦਾਸ ਦੀ ਮੇਰੀ, ਮੋੜੀ ਨਾ ਮਰੀਦ ਦੀ, ਅੱਖੀਆਂ 'ਚ ਤਾਂਗ ਵਸੇ ਤੇਰੀ ਦੀਦ ਦੀ, ਅੱਖੀਆਂ 'ਚ ਤਾਂਗ ਵਸੇ ਤੇਰੀ ਦੀਦ ਦੀ। ਇਹ ਮਾੜਿਆ ਐਬਾਂ ਪੁੱਟਦੀ ਜਖਣਾ ਹੋ, ਮਾੜਿਆ ਐਬਾਂ ਪੁੱਟਦੀ ਜਖਣਾ, ਉੱਡ ਗਿਆ ਪਹੌਰ ਤੇ ਪਿੰਜਰਾ ਸਖਣਾ, ਇੱਕ ਵੀ ਰਾਤ ਕਰੇ ਨਹੀਂ ਰੱਖਣਾ, ਚੱਕ ਲੋ ਹੋ ਜੂਗੀ, ਮੌਤ ਹਨੇਰੀ ਜਿੰਦ ਕਿਲੇ ਦੇ ਬੂਵੇ ਢੋ ਜੂਗੀ, ਮੌਤ ਹਨੇਰੀ ਜਿੰਦ ਕਿਲੇ ਦੇ ਬੂਵੇ ਢੋ ਜੂਗੀ। ਇਹ ਆਖੀ ਗੱਲ ਕਿਸੇ ਦੀ ਜਰੀਏ ਹੋ, ਆਖੀ ਗੱਲ ਕਿਸੇ ਦੀ ਜਰੀਏ, ਮਾੜੀ ਸੰਗਤ ਕਦੇ ਨਾ ਕਰੀਏ, ਭਾਗੋ ਵਾਲਿਆ ਜੂੰਦੇ ਮਰੀਏ, ਬੁਰਾ ਨਹੀਂ ਤਕਾਈਦਾ, ਨੀਵੇਂ ਹੋ ਕੇ ਮਾਣ ਹੈ ਗੁਰਾਂ ਤੋਂ ਪਾਈਦਾ, ਨੀਵੇਂ ਹੋ ਕੇ ਮਾਣ ਹੈ ਗੁਰਾਂ ਤੋਂ ਪਾਈਦਾ।
संत हरि के लाडले, संत हरि के पूत, संत ना होते जगत में तो हरि भी जाता हो। महापुरखों का तप स्थान आ जिथे आपां सारे संगत के रूप च बैठे हैं। सचखंड वासी बाबा दलीप सिंह साहब के सालाना बरसी के संबंध दे विच वड्डा जोड़ मेला हर साल की तरह ऐतकी भी वड्डे पैमाने ते संगतां इत्थे पहुँच के गुरु की खुशी प्राप्त कर रही ने। इस दरबार दे विच हाज़री लवाउण वास्ते सारियां संगतां नूं दो हथ जोड़ के बेनती करूँगा, फतेह बुलाओ। गुरु दरबार दे विच साडी ते तुहाडी हाज़री लग सके। फतेह बुलाउण तो पहला मैं बेनती करूँगा भी थोड़ी जी आवाज़ आ मेरे सज्जे पासे वालों मेरे कन्ना तक आ रही है। जे हो सके ते जिन्ने भी माई भाई हाल दे विच महाराज की हजूरी दे विच सज के बैठे जे, यतन करिए अपने अपने ते कंट्रोल करन दा, ताकि जेड़ियां गल्लां इथों स्टेज तो तुहाडे तक पहुँच जाण और साडी घड़ी जिहड़ी आ लेखे दे विच लग सके। सारियां संगतां फतेह दा जयकारा बुलंद आवाज़ दे विच बुलाओ। गज के आखो वाहिगुरू जी का खालसा, वाहिगुरू जी की फतेह। इस पवित्र स्थान के मुख सेवादार जिन्हां ते सतगुरु की बड़ी रहमत उस परमात्मा के नाम के नाल जुड़े आ। परमात्मा के नाम के नाल जुड़न वालियां दी गल गुरु ग्रंथ साहब महाराज ने लिखी है। वो कहते हैं इस युग में शोभा नाम की, विण नामे शोभ ना होए। इस माया की शोभा चार दिहाड़े जांदी बिलम ना होए। नाम वालियां दा नाम रहिंदी दुनिया तक संसार दे विच रहिंदा है। मायाधारी लोग बहुत हो गुजरे ने इस दुनिया दे विचों ते बहुत हो जाने ने। वो बस 4 दिन का रौला गवला, उस तो बाद कुछ भी नहीं। पर जिन्हां ने परमेश्वर का नाम जपिया, परमेश्वर के नाम के नाल अपनी आत्मा जुड़ी ते संसार के लोगों को इकट्ठे करके जोड़िया, उन्हां दा नाम दुनिया ते रहिंदी दुनिया तक रहेगा। नेक अमल इंसान नू पार कर दे, बदियां करन ते लानतां पैंदियां ने। चिट्टे कपड़े नू जिथे दाग लग जे, मक्खियां उड़ के उस तां पैंदियां ने। ओ जेड़ी बेरी नू मिठड़े बेर लगे, टीमा उसे ही बेरी नू पैंदियां ने। बड़े पुरुषां दा गाउंदी ए जस दुनिया, फिटका बुरियां नू पैंदियां रहिंदियां ने। जेड़े बैंदे ने बोड़ दी छां हेठा भुल जांदे ने तूत ते टालियां नू। जदों उन्हां नू पूरा आनंद आउंदा, खुशी विच ओ गाउण कवालियां नू। जेड़े बाग विच वधिया होण बूटे, प्यार मिलदा उन्हां दे मालियां नू। दबवा ते रज खातर दी भुख रहिंदी नहीं, मेहनत दे पालियां नू। महान पवित्र आत्मा संत महापुरख बाबा इकबाल सिंह साहब जी इस तप स्थान के मुख सेवादार
ਜਿਨ੍ਹਾਂ ਤੇ ਸਤਿਗੁਰੂ ਦੀ ਬੜੀ ਰਹਿਮਤ ਆ, ਉਸ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਰਾਤ ਦਿਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅੱਠੇ ਪੈਰ ਪਰਮੇਸ਼ਰ ਦਾ ਨਾਮ ਜਪਣ ਵਾਲੀ ਮਹਾਨ ਪਵਿੱਤਰ ਆਤਮਾ ਬਾਬਾ ਇਕਬਾਲ ਸਿੰਘ ਸਾਹਿਬ ਜੀ ਮੇਰੇ ਜੱਥੇ ਨੂੰ 500 ਦਮੜਾ ਅਰਦਾਸ ਕਰਾਉਂਦੇ ਨੇ। ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨਾ, ਸੱਚੇ ਪਾਤਸ਼ਾਹ ਮਹਾਂਪੁਰਖਾਂ ਦੀ ਪਿੱਠ ਤੇ ਹੱਥ ਰੱਖਣਾ, ਸਦਾ ਵਾਸਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲੋ ਨਿਹਾਲ ਕਰਨਾ। ਸਮਾਂ ਬੜਾ ਗਿਣਤੀ ਮਿਣਤੀ ਦਾ, ਮੈਂ ਯਤਨ ਕਰਕੇ 2 ਕਵਿਤਾਵਾਂ ਤੁਹਾਡੀ ਸੇਵਾ ਦੇ ਵਿੱਚ ਕਹਿਣ ਦਾ ਯਤਨ ਕਰਨਾ, ਪਰ ਉਹ ਦੋਵੇਂ ਕਵਿਤਾ ਜਿਹੜੀਆਂ ਨੇ ਬੜੀ ਛੇਤੀ ਦੇ ਨਾਲ ਨੱਠ ਭੱਜ ਕੇ ਕਹੀਆਂ ਜਾਣੀਆਂ ਨੇ, ਕਿਉਂਕਿ ਘੜੀ ਆਪਣੇ ਟਾਈਮ ਨਾਲ ਤੁਰੀ ਜਾਂਦੀ ਆ। ਬੜੇ ਪਿਆਰ ਦੇ ਨਾਲ ਕੁਝ ਅਰਦਾਸਾਂ ਸਤਨਾਮ ਸੋ ਕਰਕੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ, ਮੈਂ ਬੇਨਤੀ ਕਰ ਰਿਹਾ ਸੀ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ, ਜੋ ਹਾਟੇ ਹਾਟ ਬਕਾਏ। ਸਾਧ ਸੰਗਤ ਜੀ, ਉਹਨਾਂ ਲੋਕਾਂ ਨੂੰ ਰੋਣ ਦੀ ਲੋੜ ਪੈਂਦੀ ਆ। ਉਹ ਲੋਕ ਸੰਸਾਰ ਤੋਂ ਰੋਂਦੇ ਜਾਂਦੇ ਨੇ ਜਿਨ੍ਹਾਂ ਕੋਲੋਂ ਬਹੁਤ ਲੰਮਾ ਸਮਾਂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਐਵੇਂ ਬੀਤ ਜਾਂਦਾ ਹੈ। ਜਿਹੜਾ ਸਵਾਸ ਮਨੁੱਖ ਦਾ ਪਰਮਾਤਮਾ ਦੀ ਯਾਦ ਤੋਂ ਬਿਨਾਂ ਨਿਕਲ ਜਾਂਦਾ ਹੈ, ਉਹ ਸਵਾਸ ਸਾਧ ਸੰਗਤ ਜੀ ਬਿਰਥਾ। ਤੇ 24,000 ਸਵਾਸ 24 ਘੰਟਿਆਂ ਦੇ ਵਿੱਚ ਇੱਕ ਮਨੁੱਖ ਨੂੰ ਆਉਂਦਾ। ਤੰਦਰੁਸਤ ਨੂੰ ਅੰਦਾਜ਼ਾ ਲਾ ਲਓ ਕਿੰਨੇ ਹਜ਼ਾਰਾਂ ਤੇ ਕਰੋੜਾਂ ਸਵਾਸ ਮਨੁੱਖ ਦੇ ਉਹ ਬਿਰਥ ਤੁਰੇ ਜਾ ਰਹੇ ਨੇ। ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕੀਤੀ, ਸਾਸ ਗਰਾਸ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦਾ ਨਾਮ ਸਦਾ ਦੁਨੀਆ ਦੇ ਉੱਤੇ ਰਹਿੰਦੀ ਦੁਨੀਆ ਤੱਕ ਰਹੇਗਾ। ਗੁਰੂ ਤੇਗ ਬਹਾਦਰ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਅਨੰਦਪੁਰ ਸਾਹਿਬ। ਕਸ਼ਮੀਰ ਦੇ ਕੁਝ ਪੰਡਤਾਂ ਨੇ ਆਣ ਕੇ ਬੇਨਤੀ ਕੀਤੀ ਆ, ਮਹਾਰਾਜ ਸਾਡਾ ਧਰਮ ਬਚਾਓ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਕੁਝ ਸੋਚ ਰਹੇ ਨੇ। 9 ਸਾਲ ਦੀ ਉਮਰ ਆ ਗੋਬਿੰਦ ਰਾਏ ਦੀ। ਉਹ ਆਣ ਕੇ ਬਾਪੂ ਦੀ ਗੋਦ 'ਚ ਬਹਿ ਗਿਆ। ਬਾਪੂ ਦੇ ਚਿਹਰੇ ਵੱਲ ਵੇਖਿਆ ਤੇ ਚਿਹਰੇ ਤੇ ਉਦਾਸੀ ਆ। ਕੁਝ ਲੋਕ ਨਵੇਂ ਆਏ ਨੇ, ਇਹਨਾਂ ਦੀ ਹਾਲਤ ਬੜੀ ਖਸਤਾ ਹੈ। ਇਹਨਾਂ ਦੀ ਹਾਲਤ ਵੇਖ ਕੇ ਇਹਨਾਂ ਨੇ ਗਲ ਦੇ ਵਿੱਚ ਪੱਲੇ ਪਾਏ ਨੇ। ਇਹਨਾਂ ਨੇ 2 ਹੱਥ ਜੋੜੇ ਨੇ, ਫਰਿਆਦ ਕਰਦੇ ਨੇ। ਤੇ ਉਸ ਵੇਲੇ ਗੋਬਿੰਦ ਰਾਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਜਿਹੜਾ ਸਵਾਲ ਕੀਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ, ਇਹ ਝੋਗ ਛੰਦ ਦੇ ਵਿੱਚ ਹੀ ਅਜੀਤ ਸਿੰਘ ਦਰਦੀ ਦਾ ਕਵੀਸ਼ਰ ਜੱਥਾ ਸਤਨਾਮ ਸਿੰਘ ਦਰਦੀ ਤੇ ਡਾਕਟਰ ਸੀਤਲ ਸਿੰਘ ਜੀ ਦਰਦੀ ਐਉਂ ਬੇਨਤੀ ਕਰਦੇ ਪਿਆ। ਦੋਵੇਂ ਹੱਥ ਜੋੜ ਪਿਤਾ ਨੂੰ ਕਹਿੰਦੇ ਦਸ਼ਮੇਸ਼ ਗੁਰੂ, ਮਾੜਿਆਂ ਦੇ ਹਾਮੀ ਜਿਹੜੇ ਰਹਿੰਦੇ ਹਮੇਸ਼ ਗੁਰੂ, ਰਾਜਿਆਂ ਦੇ ਰਾਜੇ ਜਿਹੜੇ ਬਣ ਗਏ ਦਰਵੇਸ਼ ਗੁਰੂ, ਦੁਨੀਆ ਤੇ ਨਾਮ ਪਿਤਾ ਜੀ ਮਰਦਾਂ ਦੇ ਰਹਿੰਦੇ ਨੇ। ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਮੰਗਦੇ ਕੀ ਹੱਥ ਜੋੜ ਕੇ। ਖੇਤ ਦੀ ਵਾਰ ਲਾਲ ਜੀ ਖੇਤ ਨੂੰ ਖਾਣ ਲੱਗੀ, ਵਕਤੀ ਸਰਕਾਰ ਬੇਟਾ ਉਲਟੇ ਰਾਜਾਨ ਲੱਗੀ, ਹਿੰਦੂਆਂ ਦਾ ਬੀਜ ਦੇਸ਼ ਚੋਂ ਜਬਰੀ ਮੁਕਾਣ ਲੱਗੀ, ਦਿੱਲੀ ਵਿੱਚ ਬੈਠਾ ਹਾਕਮ ਹੁਕਮ ਚਲਾਉਂਦਾ ਏ, ਹਿੰਦੂਆਂ ਦੇ ਗਲ ਚੋਂ ਜੰਜੂ ਜੋਰ ਨਾਲ ਲਾਉਂਦਾ ਏ, ਹਿੰਦੂਆਂ ਦੇ ਗਲ ਚੋਂ ਜੰਜੂ ਪਈ ਜੋਰ ਨਾਲ ਲਾਉਂਦਾ ਏ, ਧੱਕੇ ਨਾਲ ਦੀਨ ਮਨਾਉਂਦਾ। ਪਾਟੇ ਨੇ ਲੀੜੇ ਹਾਲਤ ਜੀ, ਪਾਟੇ ਨੇ ਲੀੜੇ ਹਾਲਤ ਇਹਨਾਂ ਦੀ ਮਾੜੀ ਆ, ਕਿੰਨਾ ਕੌਮ ਪਿਤਾ ਜੀ ਇੰਨੀ ਲਤਾੜੀ ਆ, ਕਿੰਨਾ ਚਿਰ ਦੁਖੀ ਰਹਿਣਗੇ ਸੌਣੀ ਜਾਂ ਹਾੜੀ ਆ, ਡਰਦੇ ਨੇ ਪਲ ਪਲ ਅੰਦਰ ਪਈ ਪਾਲੇ ਤਾਰਿੰਦੇ ਨੇ। ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ,
ਮੰਗਦੇ ਕੀ ਹੱਥ ਜੋੜ ਕੇ। ਉਹ ਇਹਨਾਂ ਤੇ ਛਾਇਆ ਬੇਟਾ ਜ਼ੁਲਮੀ ਤਲਵਾਰ ਦਾ, ਰਾਜ ਦੇ ਬਦਲੇ ਹਾਕਮ ਇਹਨਾਂ ਨੂੰ ਮਾਰਦਾ। ਇਹਨਾਂ ਨੂੰ ਡਰ ਬਥੇਰਾ ਜਾਬਰ ਸਰਕਾਰ ਦਾ, ਗੁੱਸੇ ਨਾਲ ਢਾਹ ਕੇ ਮੰਦਰ ਪਈ ਖਾਕ ਮਲਾਉਂਦਾ ਏ। ਹਿੰਦੂਆਂ ਦੇ ਗਲ ਚੋਂ ਜੰਜੂ ਜ਼ੋਰ ਨਾਲ ਲਾਉਂਦਾ ਏ, ਹਿੰਦੂਆਂ ਦੇ ਗਲ ਚੋਂ ਜੰਜੂ ਪਈ ਜ਼ੋਰ ਨਾਲ ਲਾਉਂਦਾ ਏ। ਧੱਕੇ ਨਾਲ ਦੀਨ ਮਨਾਉਂਦਾ। ਇਹ ਅੱਖਾਂ ਚੋਂ ਪਾਣੀ ਵਗਦਾ ਜੀ, ਅੱਖਾਂ ਚੋਂ ਪਾਣੀ ਵਗਦਾ, ਚਿਹਰਾ ਮੁਰਝਾਇਆ ਏ। ਜੱਪ ਗਰੀਬੀ ਨੇ ਵੀ ਜਾਲ ਵੀ ਛਾਇਆ ਏ, ਇਹਨਾਂ ਵੱਲ ਵੇਖ ਕਿਸੇ ਨੂੰ ਤਰਸ ਨਾ ਆਇਆ ਏ। ਕਿਹੜੇ ਨੇ ਰਾਜੇ ਜਿਹੜੇ ਪਈ ਇਹਨਾਂ ਨਾਲ ਖੈਂਦੇ ਨੇ, ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਮੰਗਦੇ ਕੀ ਹੱਥ ਜੋੜ ਕੇ। ਇਹ ਹਾਕਮ ਔਰੰਗਾ ਪਾਪੀ ਤੁਲਿਆ ਬਰਿਆਈ ਤੇ, ਬਾਲੇ ਉਹ ਜ਼ੁਲਮ ਕਮਾਉਂਦਾ ਹਿੰਦੂ ਲਕਾਈ ਤੇ। ਬੱਦਾ ਹੈ ਲਾਗੀ ਉਸਨੇ ਤੁਰਨਾ ਬਰਿਆਈ ਤੇ, ਇਹਨਾਂ ਦਾ ਦੁੱਖ ਵੇਖ ਕੇ ਭਰ ਭਰ ਦਿਲ ਆਉਂਦਾ ਏ। ਹਿੰਦੂਆਂ ਦੇ ਗਲ ਚੋਂ ਜੰਜੂ ਜ਼ੋਰ ਨਾਲ ਲਾਉਂਦਾ ਏ, ਹਿੰਦੂਆਂ ਦੇ ਗਲ ਚੋਂ ਜੰਜੂ ਪਈ ਜ਼ੋਰ ਨਾਲ ਲਾਉਂਦਾ ਏ। ਧੱਕੇ ਨਾਲ ਦੀਨ ਮਨਾਉਂਦਾ। ਇਹ ਪੈਰਾਂ ਤੇ ਕੱਟਾ ਪੈ ਕੇ ਜੀ, ਪੈਰਾਂ ਤੇ ਖੱਟਾ ਪੈ ਕੇ, ਪੈਰ ਵੀ ਫੁੱਟੇ ਨੇ, ਜਾਬ ਦੇ ਭਾਗ ਇਹਨਾਂ ਦੇ ਬਾਲੇ ਨੇ ਖੁੱਟੇ ਨੇ, ਚਿਹਰੇ ਤੇ ਗਮੀ ਜਾਪਦੀ ਸੋਚਾਂ ਵਿੱਚ ਜੁੱਟੇ ਨੇ। ਰਾਤ ਨੂੰ ਕਿੱਥੇ ਦਿਨ ਨੂੰ ਪਈ ਕਿਹੜੇ ਰਾਹ ਪੈਂਦੇ ਨੇ, ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਦੋਵੇਂ ਹੱਥ ਜੋੜ ਖਲੋਤੇ ਪੰਡਤ ਕੀ ਕਹਿੰਦੇ ਨੇ, ਮੰਗਦੇ ਕੀ ਹੱਥ ਜੋੜ ਕੇ। ਇਹ ਕਰਨੇ ਮੈਂ ਮੁਸਲਮ ਸਾਰੇ ਦਿਲ ਵਿੱਚ ਉਸ ਤਾਰੀ ਐ, ਬਾਲੀ ਕਸ਼ਮੀਰ ਦੇ ਅੰਦਰ ਪਈ ਜਨਤਾ ਉਸ ਮਾਰੀ ਐ। ਦਰਦੀ ਕਾਵੀਸ਼ਰ ਲਿਖ ਦੂ ਬੀਤੀ ਗੱਲ ਸਾਰੀ ਆ, ਸੀਤਲ ਸਤਨਾਮ ਆਖਦੇ ਪਈ ਉਹਨਾਂ ਨਾਲ ਖੈਂਦੇ ਨੇ, ਹਿੰਦੂਆਂ ਦੇ ਗਲ ਚੋਂ ਜੰਜੂ ਜ਼ੋਰ ਨਾਲ ਲੈਂਦੇ ਨੇ, ਹਿੰਦੂਆਂ ਦੇ ਗਲ ਚੋਂ ਜੰਜੂ ਪਈ ਜ਼ੋਰ ਨਾਲ ਲੈਂਦੇ ਨੇ। ਧੱਕੇ ਨਾਲ ਦੀਨ ਮਨਾਉਂਦਾ। ਕਲਗੀ ਵਾਲੇ ਪਾਤਸ਼ਾਹ ਕਹਿੰਦੇ ਬਾਪੂ ਜੀ ਇਹਨਾਂ ਦੀ ਸਹਾਇਤਾ ਕਰੋ, ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬੇਟਾ ਇਹਨਾਂ ਦੀ ਸਹਾਇਤਾ ਗੱਲਾਂ ਬਾਤਾਂ ਨਾਲ ਹੋ ਜਾਣੀ ਆ। ਮੇਜਰ ਸਿੰਘ ਜੀ ਰੋੜੇ ਪੁੱਟਰਾਂ ਵਾਲੇ ਸਾਡੇ ਵੱਡੇ ਵੀ, ਉਹਨਾਂ ਵੱਲੋਂ 200 ਦਮੜਾ ਮਹਾਨ ਆਤਮਾ ਸੱਚਖੰਡ ਵਾਸੀ ਬਾਬਾ ਦਲੀਪ ਸਿੰਘ ਜੀ ਉਹਨਾਂ ਦੇ ਨਾਮ ਤੋਂ ਭੇਜਦੇ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਵੀਰ ਮੇਜਰ ਸਿੰਘ ਜੀ ਬੜਾ ਸੇਵਾਦਾਰ ਹੈ, 2 ਬੱਸਾਂ ਨਗਰ ਚੋਂ ਭਰ ਕੇ ਲੈ ਕੇ ਆਇਆ, ਬੜੀ ਮਿਹਨਤ ਕਰਦਾ। ਬਾਬਾ ਨਾਨਕ ਕਿਰਪਾ ਕਰਨ, ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਸਰਦਾਰ ਬਲਦੇਵ ਸਿੰਘ ਜੀ ਤੁਗਲਵਾਲ ਵਾਲੇ, ਉਹ ਵੀ 100 ਦਮੜਾ ਅਰਦਾਸ ਕਰਾਉਂਦੇ ਨੇ, ਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ। ਕੁਲਤਾਰ ਸਿੰਘ ਜੀ ਸਾਡੇ ਵੱਡੇ ਪਾਜੀ ਬੁੱਟਰ ਸਾਹਿਬ ਫੌਜੀ ਸਾਹਿਬ, ਜਿਨ੍ਹਾਂ ਦਾ ਲੈਕਸ ਪੁੱਤਰ ਸਪੇਨ ਵਿੱਚ ਰਹਿ ਰਿਹਾ, ਉਹਨਾਂ ਵੱਲੋਂ 100 ਦਮੜਾ ਮਾਣ ਪਹੁੰਚਾ। ਮਾਰਾ ਚੜ੍ਹਦੀ ਕਲਾ ਕਰੋ। ਮਹਾਨ ਪਿਤਰ ਆਤਮਾ ਬਾਬਾ ਇਕਬਾਲ ਸਿੰਘ ਸਾਹਿਬ ਜੀ 500 ਦਮੜਾ ਮੇਰੇ ਜੱਥੇ ਨੂੰ ਹੋਰ ਅਰਦਾਸ ਕਰਾਉਂਦੇ ਨੇ, ਗੁਰੂ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਨਾਮ ਨਾਲ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਵਾਸਤੇ ਜੁੜੇ ਰਹਿਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੀਰ ਲਾਭ ਸਿੰਘ ਜੀ ਸਾਡੇ ਵੱਡੇ ਪਾਜੀ ਰੋੜੇ ਪੁੱਟਰਾਂ ਵਾਲੇ, ਉਹਨਾਂ ਦਾ ਲੈਕਸ ਪੁੱਤਰ ਕਾਕਾ ਹਰਮਨਪ੍ਰੀਤ ਜੋ ਕੈਨੇਡਾ ਰਹਿ ਰਿਹਾ ਹੈ, ਉਹਨਾਂ ਦੇ ਨਾਮ ਤੋਂ 100 ਦਮੜਾ ਮਾਣ ਭੇਜਦੇ। ਮਾਰਾ ਚੜ੍ਹਦੀ ਕਲਾ ਕਰੋ। ਮਹਾਨ ਕਮਿਸ਼ਨਰ ਸਾਡੇ ਵੱਡੇ ਪਾਜੀ ਵੀਰ ਬਲਜੀਤ ਸਿੰਘ ਜੀ ਕੋਟਲੇ ਵਾਲੇ, ਜਿਨ੍ਹਾਂ ਨੇ ਸਾਡੇ ਤੋਂ ਬਾਅਦ ਸੇਵਾ ਵੀ ਕਰਨੀ ਆ, ਬੜਾ ਨਾਮਵਰ ਜਥਾ ਹੈ, ਉਹਨਾਂ ਵੱਲੋਂ ਵੀ 50 ਦਮੜੇ ਮਾਣ ਪਹੁੰਚਾ। ਮਾਰਾ ਚੜ੍ਹਦੀ ਕਲਾ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਪਹੁੰਚ ਗਿਆ, ਸਮਾਂ ਇੰਨਾ ਨਹੀਂ। ਇਹ ਮੈਂ ਹੋਲੇ 'ਚ ਵੀ ਯਤਨ ਕੀਤਾ ਵੀ ਪ੍ਰਸੰਗ ਸਾਰਾ ਕਹਿ ਦਿਆਂ। 10 ਛੰਦ ਮੇਰੇ ਆਪਣੇ ਲਿਖੇ ਨੇ, 6 ਛੰਦ ਮੇਰੇ ਉਸਤਾਦ ਜੋਗਾ ਸਿੰਘ ਜੋਗੀ ਦੇ ਆ। ਇਹ ਤੇ 2 ਦਿਨ ਹੋਲੇ 'ਚ ਮੁਕਾਉਣਾ ਹੁੰਦਾ ਮੈਂ, ਜਿੱਥੇ 4.5 ਘੰਟੇ ਟਾਈਮ ਮਿਲਦਾ। ਸਾਧ ਸੰਗਤ ਜੀ ਵੰਨਗੀ ਦੇ ਤੌਰ ਤੇ ਇੱਕ ਕਵਿਤਾ ਅੱਗੇ ਕਹੀ ਹੈ, ਤੇ ਇੱਕ ਕਵਿਤਾ ਹੋਰ ਕਹਿ ਕੇ ਤੁਹਾਡੇ ਕੋਲ ਮੈਂ ਖਿਮਾ ਮੰਗ ਲੈਣੀ ਹੈ।
ਹਿੰਦੁਸਤਾਨ ਦੇ ਬਾਦਸ਼ਾਹ ਦੀ ਕਚਹਿਰੀ ਲੱਗੀ ਆ। ਗੁਰੂ ਤੇਗ ਬਹਾਦਰ ਮਹਾਰਾਜ ਕਚਹਿਰੀ 'ਚ ਪਹੁੰਚ ਗਏ ਨੇ। ਗੁਰਦੇਵ ਸਿੰਘ ਪੁਲਿਸ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਗੁਰੂ ਪਿਆਰੀ ਸੌ ਦਮੜਾ ਮਾਨ ਭੇਜ ਕੇ ਗਏ। ਮਹਾਰਾਜ ਚੜ੍ਹਦੀ ਕਲਾ ਕਰੋ। ਵੀਰ ਜੀ ਕਬੱਡੀ ਵਾਲੇ ਬਾਪੂ ਕਬੱਡੀ ਵਾਲੇ ਜਿਹੜੇ ਕਿ ਟੀਮ ਵੀ ਵੇਖਿਆ 60 ਸਾਲਾਂ ਦੇ ਆਈ, ਸਲਾਹਪੁਰ ਵਾਲੇ ਵੀ ਆਏ, ਤੁਗਲਵਾਲ ਵਾਲੇ ਵੀ ਆਏ ਆ, ਉਹਨਾਂ ਵੱਲੋਂ 100 ਦਮੜਾ ਮਾਨ ਪਹੁੰਚਾ। ਮਹਾਰਾਜ ਚੜ੍ਹਦੀ ਕਲਾ ਕਰੋ। ਝਾਮਕਾ ਸਾਹਿਬ ਉਹਨਾਂ ਵੱਲੋਂ 50 ਦਮੜੇ ਮਾਨ ਪਹੁੰਚਾ। ਮਹਾਰਾਜ ਚੜ੍ਹਦੀ ਕਲਾ ਕਰੋ। ਸਾਡੇ ਮਿੰਟ 6-7 ਰਹਿ ਗਿਆ। ਇੱਕ ਕਵਿਤਾ ਕਹਿ ਕੇ ਛੇਤੀ ਖਿਮਾ ਮੰਗ। ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ 3 ਸਵਾਲ ਰੱਖੇ ਨੇ ਹਿੰਦੁਸਤਾਨ ਦੇ ਸਮਰਾਟ ਨੇ। ਕਹਿੰਦਾ ਗੁਰੂ ਜੀ ਮੁਸਲਮਾਨ ਬਣ ਜਾਓ। ਮਹਾਰਾਜ ਕਹਿੰਦੇ ਨਹੀਂ ਬਣਨਾ। ਕਰਾਮਾਤ ਦਿਖਾ ਦਿਓ। ਉਸ ਪਰਮਾਤਮਾ ਦੇ ਹੁਕਮ ਦੀ ਅਦੂਲੀ ਹੁੰਦੀ ਹੈ। ਜੇ ਕਰਾਮਾਤ ਕਿਸੇ ਵਿੱਚ ਹੋਵੇ ਉਹ ਦਿਖਾ ਦੇਵੇ, ਇਹ ਵੀ ਨਹੀਂ ਦਿਖਾਈ ਜਾਣੀ। ਤੇ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਮੇਰੀ ਤਲਵਾਰ ਦੇ ਵਿੱਚ ਜ਼ੋਰ ਬੜਾ। ਜਿੰਨੇ ਪਿਓ ਨੂੰ ਮਾਫ ਨਹੀਂ ਕੀਤਾ, ਭਰਾਵਾਂ ਨੂੰ ਮਾਫ ਨਹੀਂ ਕੀਤਾ, ਭਤੀਜਿਆਂ ਨੂੰ ਮਾਫ ਨਹੀਂ ਕੀਤਾ, ਸਾਰੇ ਰਗੜ ਕੇ ਰੱਖ ਦਿੱਤੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੇ ਮੇਰੀਆਂ ਇਹ ਗੱਲਾਂ ਨਾ ਮੰਨੀਆਂ ਤੇ ਸ਼ਹੀਦੀ ਪਾਉਣ ਵਾਸਤੇ ਤਿਆਰ ਹੋ ਜਾਓ। ਉਸ ਵੇਲੇ ਸੁਣ ਕੇ ਗੱਲਾਂ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ, ਜਿਹੜੀਆਂ ਖਰੀਆਂ ਗੱਲਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹੀਆਂ ਨੇ, ਉਹ ਐ ਛੰਦ ਦੇ ਵਿੱਚ ਗੀਤ ਛੰਦ ਬੜੇ ਪਿਆਰ ਦੇ ਨਾਲ ਸਰਵਣ ਕਰੋ। ਐਉਂ ਬੇਨਤੀ ਕੀਤੀ ਜਾ ਰਹੀ ਹੈ। ਇਹੋ ਕਵਿਤਾ ਕਹਿ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗ ਲੈਣੀ ਆ। ਹਿੰਦੁਸਤਾਨ ਦੇ ਬਾਦਸ਼ਾਹ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਖਰੀਆਂ ਐਉਂ ਸੁਣਾਉਂਦੇ ਆ। ਸੁਣੀਏ। ਮੁੱਲਾ ਕਾਜੀ ਅਤੇ ਨੌਕਰ ਜਨਾਬ ਦੇ ਗੁਰਾਂ ਨੂੰ ਨਾਲ ਲੈ ਕੇ ਤੋਰ ਪਏ। ਸਾਡਾ ਬਾਦਸ਼ਾਹ ਨਰਮ ਦਿਲ ਵਾਲਾ ਪਈ ਇੰਨੀ ਗੱਲ ਕਹਿ ਕੇ ਤੋਰ ਪਏ। ਹਾਂ ਜੀ ਇੰਨੀ ਗੱਲ ਕਹਿ ਕੇ ਤੋਰ ਪਏ। ਕਹਿੰਦੇ ਗੁਰੂ ਜੀ ਪਿਆਰ ਨਾਲ ਬਾਦਸ਼ਾਹ ਲੋਕਾਂ ਨੂੰ ਡਰਾਉਣਾ ਛੱਡ ਦੇ। ਜੇ ਤੂੰ ਬਾਦਸ਼ਾਹ ਸ਼ਰਾਰੇ ਵਿੱਚ ਪੂਰਾ ਤੇ ਜ਼ੁਲਮ ਕਮਾਉਣਾ ਛੱਡ ਦੇ। ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਮੁੱਲਾ ਕਾਜੀ ਅਤੇ ਨੌਕਰ ਜਨਾਬ ਦੇ ਗੁਰਾਂ ਨੂੰ ਨਾਲ ਲੈ ਕੇ ਤੋਰ ਪਏ। ਸਾਡਾ ਬਾਦਸ਼ਾਹ ਨਰਮ ਦਿਲ ਵਾਲਾ ਪਈ ਇੰਨੀ ਗੱਲ ਕਹਿ ਕੇ ਤੋਰ ਪਏ। ਹਾਂ ਜੀ ਇੰਨੀ ਗੱਲ ਕਹਿ ਕੇ ਤੋਰ ਪਏ। ਕਹਿੰਦੇ ਗੁਰੂ ਜੀ ਪਿਆਰ ਨਾਲ ਬਾਦਸ਼ਾਹ ਤੂੰ ਲੋਕਾਂ ਨੂੰ ਡਰਾਉਣਾ ਛੱਡ ਦੇ। ਜੇ ਤੂੰ ਬਾਦਸ਼ਾਹ ਸ਼ਰਾਰੇ ਵਿੱਚ ਪੂਰਾ ਬਈ ਜ਼ੁਲਮ ਕਮਾਉਣਾ ਛੱਡ ਦੇ। ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਰਾਜ ਗੱਦੀਆਂ ਦਾ ਹੁੰਦਾ ਪਰਛਾਵਾਂ ਤੂੰ ਮਾਣ ਦੱਸ ਕਿਹੜੀ ਗੱਲ ਦਾ। ਰਾਜ ਭਾਗ ਤੇ ਬੰਦੇ ਲਈ ਮੁਸੀਬਤਾਂ ਵੀ ਆਉਣ ਜਾਣ ਰਹਿੰਦਾ ਚੱਲਦਾ। ਹਾਂ ਜੀ ਆਉਣ ਜਾਣ ਰਹਿੰਦਾ ਚੱਲਦਾ। ਇਹ ਬੰਦੇ ਸਾਰੇ ਹੀ ਬਣਾਏ ਉਸ ਰੱਬ ਨੇ। ਸਾਰੇ ਹੀ ਬਣਾਏ ਉਸ ਰੱਬ ਨੇ। ਤੂੰ ਉਹਨਾਂ ਨੂੰ ਸਤਾਉਣਾ ਛੱਡ ਦੇ। ਜੇ ਤੂੰ ਬਾਦਸ਼ਾਹ ਸ਼ਰਾਰੇ ਵਿੱਚ ਪੂਰਾ ਬਈ ਜ਼ੁਲਮ ਕਮਾਉਣਾ ਛੱਡ ਦੇ। ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਕਈ ਤੁਰ ਗਏ ਕਈਆਂ ਨੇ ਤੁਰ ਜਾਣਾ। ਤੁਰ ਗਏ ਕਈਆਂ ਨੇ ਤੁਰ ਜਾਣਾ ਤੇ ਰੋਂਦ ਪਰਿਵਾਰ ਛੱਡ ਕੇ। ਇੱਥੇ ਬੈਠ ਨਹੀਂ ਕਿਸੇ ਨੇ ਸਦਾ ਰਹਿਣਾ ਤੇ ਜਾਣਾ ਸੰਸਾਰ ਛੱਡ ਕੇ। ਹਾਂ ਜੀ ਜਾਣਾ ਸੰਸਾਰ ਛੱਡ ਕੇ। ਇਹ ਐਵੇਂ ਲੋਭ ਲਾਲਚਾਂ ਦੇ ਵਿੱਚ ਆਣ ਕੇ ਤੂੰ ਚਿੱਤ ਪਰਮਾਉਣਾ ਛੱਡ ਦੇ। ਜੇ ਤੂੰ ਬਾਦਸ਼ਾਹ ਸ਼ਰਾਰੇ ਵਿੱਚ ਪੂਰਾ ਬਈ ਜ਼ੁਲਮ ਕਮਾਉਣਾ ਛੱਡ ਦੇ। ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। 40 ਗੰਜ ਜਿੰਨਾ ਮਾਇਆ ਦੇ ਸੀ ਜੋੜੇ ਤੇ ਪੱਲੇ 10 ਕੀ ਰਹਿ ਗਿਆ। ਜਾਣਾ ਕੁਝ ਨਹੀਂ ਬੰਦੇ ਦੇ ਨਾਲ ਲੋਕੋ ਤੇ ਜਾਂਦਾ ਹੋਇਆ ਗੱਲ ਕਹਿ ਗਿਆ। ਹਾਂ ਜੀ ਜਾਂਦਾ ਹੋਇਆ ਗੱਲ ਕਹਿ ਗਿਆ। ਹੀਰਾ ਜਨਮ ਅਮੋਲਕ ਤੇਰਾ। ਜਨਮ ਅਮੋਲਕ ਤੇਰਾ ਤੂੰ ਘੱਟ ਚਿਰ ਲਾਉਣਾ ਛੱਡ ਦੇ। ਜੇ ਤੂੰ ਬਾਦਸ਼ਾਹ ਸ਼ਰਾਰੇ ਵਿੱਚ ਪੂਰਾ ਇਹ ਜ਼ੁਲਮ ਕਮਾਉਣਾ ਛੱਡ ਦੇ। ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਅਸੀਂ ਤੇਰੇ ਕੋਲ ਆਏ ਇਸੇ ਵਾਸਤੇ ਤੇ ਅੱਲਾ ਦਾ ਕਾਨੂੰਨ ਦੱਸਣਾ। ਰਹੋ ਅੱਲਾ ਦੀ ਰਜ਼ਾ ਦੇ ਵਿੱਚ ਰਾਜੀ ਹੋ ਪਾਪ ਤੇਰੇ ਦੂਰ ਨੱਸਣਾ। ਹਾਂ ਜੀ ਪਾਪ ਤੇਰੇ ਦੂਰ ਨੱਸਣਾ। ਇਹ ਰੋਬ ਬਾਦਸ਼ਾਹੀ ਵਾਲਾ ਦਿਲੋਂ ਕੱਢ ਕੇ ਤੂੰ ਜਾਲ 'ਚ ਫਸਾਉਣਾ ਛੱਡ ਦੇ। ਜੇ ਤੂੰ
ਬਾਦਸ਼ਾਹ ਸ਼ਰਾਂ ਦੇ ਵਿੱਚ ਪੂਰਾ ਇਹ ਜ਼ੁਲਮ ਕਮਾਉਣਾ ਛੱਡ ਦੇ, ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਪਿਓ ਨੂੰ ਤਸੀਹੇ ਦੇ ਕੇ ਮਾਰਿਆ, ਪਿਓ ਨੂੰ ਤਸੀਹੇ ਦੇ ਕੇ ਮਾਰਿਆ, ਉਹ ਵੱਡੇ ਇਨਸਾਫ ਵਾਲਿਆ। ਅੱਜ ਹਿੰਦੂਆਂ ਦੇ ਜ਼ੁਲਮ ਕਮਾਉਣਾ, ਬੱਲੇ ਉਹ ਦਿਲ ਸਾਫ ਵਾਲਿਆ, ਹਾਂ ਬੱਲੇ ਉਹ ਦਿਲ ਸਾਫ ਵਾਲਿਆ। ਇਹ ਬੰਦੇ ਭਲਿਆਂ ਨੂੰ ਤੰਗ ਕਰ ਕਰਕੇ ਤੂੰ ਦੀਨ ਚ ਲਿਆਉਣਾ ਛੱਡ ਦੇ, ਜੇ ਤੂੰ ਬਾਦਸ਼ਾਹ ਸ਼ਰਾਂ ਦੇ ਵਿੱਚ ਪੂਰਾ ਇਹ ਜ਼ੁਲਮ ਕਮਾਉਣਾ ਛੱਡ ਦੇ, ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਮਨ ਮੇਰੀਆਂ ਤੇ ਆ ਜਾ ਸਿੱਧੇ ਰਾਹ ਤੇ, ਨਹੀਂ ਤੇ ਪਛਤਾਉਣਾ ਪੈ ਜੂਗਾ। ਛੰਦ ਦਰਦੀਆਂ ਨੂੰ ਤੇਰੀ ਕਰਤੂਤ ਦਾ ਉਹ ਬਾਦਸ਼ਾਹ ਬਣਾਉਣਾ ਪੈ ਜੂਗਾ, ਹਾਂ ਵੀ ਬਾਦਸ਼ਾਹ ਬਣਾਉਣਾ ਪੈ ਜੂਗਾ। ਇਹ ਜਾਣ ਕਿਸੇ ਨੇ ਨਹੀਂ ਕਿਹਾ ਪ੍ਰਤਾਪ ਨੂੰ, ਕਿਸੇ ਨੇ ਨਹੀਂ ਕਿਹਾ ਪ੍ਰਤਾਪ ਨੂੰ ਤੂੰ ਚੰਨਿਆ ਨਾ ਗਾਉਣਾ ਛੱਡ ਦੇ, ਜੇ ਤੂੰ ਬਾਦਸ਼ਾਹ ਸ਼ਰਾਂ ਦੇ ਵਿੱਚ ਪੂਰਾ ਇਹ ਜ਼ੁਲਮ ਕਮਾਉਣਾ ਛੱਡ ਦੇ, ਹਾਂ ਬਈ ਜ਼ੁਲਮ ਕਮਾਉਣਾ ਛੱਡ ਦੇ। ਸਮਾਂ ਐਨ ਪੂਰਾ ਹੋ ਗਿਆ, ਨਾ ਮਿੰਟ ਸਕਿੰਟ ਰਹਿੰਦਾ ਹੀ ਆ ਤੇ ਨਾ ਵਾਜੀ ਹੋਇਆ। ਸੋ ਸ੍ਰੀ ਅਕਾਲ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਹਾਨ ਪਵਿੱਤਰ ਆਤਮਾ ਬਾਬਾ ਇਕਬਾਲ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਹੁਕਮ ਦੇ ਕੇ ਤੁਹਾਡੀਆਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਰੋੜਾਂ ਵਾਰ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬੋਲਦਿਆਂ ਹੋਈਆਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰੋ, ਅਸੀਸ ਦਿਓ। ਅੱਗੇ ਵਾਸਤੇ ਸੋਧ ਕੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਪੇਸ਼ ਹੋਈਏ। ਸਾਰੀਆਂ ਸੰਗਤਾਂ ਪਿਆਰ ਨਾਲ ਫਤਿਹ ਗਜਾਓ। ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਅਨਾਉਂਸ ਕਰਨਗੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਅਜੀਤ ਸਿੰਘ ਜੀ ਦਰਦੀ, ਜਿਨ੍ਹਾਂ ਨੇ ਦੀਵਾਨ ਦੀ ਹਾਜ਼ਰੀ ਕਵੀਸ਼ਰੀ ਜਥੇ ਦੇ ਨਾਲ, ਆਪਣੇ ਦੇ ਨਾਲ ਬਹੁਤ ਵਧੀਆ ਜਥਾ ਉਹਨਾਂ ਨੇ ਹਾਜ਼ਰੀ ਭਰੀ। ਸਮੇਂ ਦੇ ਵਿੱਚ ਰਹਿ ਕੇ ਉਹਨਾਂ ਨੇ ਆਪਣੀ ਗੱਲ ਕੀਤੀ, ਬਹੁਤ ਚੰਗਾ ਲੱਗਾ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਬਲਜੀਤ ਸਿੰਘ ਜੀ ਕੋਟਲਾ ਸ਼ਰਫ, ਉਹ 20 ਮਿੰਟ ਵਾਸਤੇ ਦੀਵਾਨ ਦੀ ਹਾਜ਼ਰੀ ਭਰਨਗੇ ਜੀ। ਗਿਆਨੀ ਬਲਜੀਤ ਸਿੰਘ ਜੀ ਕੋਟਲਾ ਸ਼ਰਫ ਤੋਂ ਮਗਰੋਂ ਸਰਦਾਰ ਗਿਆਨੀ ਜੀ ਸਰਵਣ ਸਿੰਘ ਜੀ ਆਜ਼ਾਦ, ਉਹ ਤਿਆਰ ਰਹਿਣਗੇ। ਵਾਹਿਗੁਰੂ 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 ਵਾਹਿਗੁਰੂ। ਅਲਫ ਸਮੇਂ ਦਾ ਇਸ ਤਰ੍ਹਾਂ ਹਾਲ ਹੋਇਆ, ਵੀਰ ਵੀਰਾਂ ਦਾ ਖੂਨ ਨਹੀਂ ਪੀਣਾ, ਲੱਗ ਪਏ ਪਾਈਆਂ ਵੰਡੀਆਂ ਬਾਪ ਦੇ ਜਿਉਂਦਿਆਂ ਹੀ, ਤੇ ਮਰਜ਼ੀ ਆਪਣੀ ਦੀ ਜ਼ਿੰਦਗੀ ਜੀਣ ਲੱਗ ਪਏ। ਪਾਈਆਂ ਨੱਤੀਆਂ ਸਿਰਾਂ ਤੋਂ ਪੱਗ ਲੱਥੀ, ਲੱਥੇ ਚਾਦਰੇ ਤੇ ਪਹਿਨਣਾ ਜੀਣਾ, ਲੱਗ ਪਏ
ਦਾਤ ਰੱਬ ਦੀ ਦੁੱਧ ਨੂੰ ਵੇਚ ਹੱਟੀ ਤੇ ਬੋਤਲ ਦਾਰੂ ਦੀ ਬੈਠ ਕੇ ਪੀਣ ਲੱਗ ਪਏ। ਸਾਬਤ ਸੂਰਤ ਤੇ ਸੀਸ ਦਸਤਾਰ ਸੋਹਣੀ ਸ਼ੌਂਕੀ ਆਖਦਾ ਜਰਾ ਨਾ ਸੰਗ ਦਾ ਜਿਹੜਾ ਸੰਧਿਆ ਦਾ ਵਕਤ ਰਹਿ ਰਾਸਦਾ ਸੀ ਤੇ ਸਾਰਾ ਠੇਕੇ ਤੇ ਬੈਠ ਕੇ ਲੰਘਦਾ ਏ। ਬਾਗ ਗਫੂਰ ਨਹੀਂ ਚੱਖਦੇ ਹੰਸਣਾ ਡੱਡੀਆਂ ਖਾਣਾ ਬਾਜ ਨਾ ਕੀੜਾ ਚੁਗਣਗੇ ਨਿਕਲਾ ਜਾਣ ਚਾਹੇ ਪਰਾਣਾ। ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਧਾਰ ਤੇ ਗਦੇ ਥਾਣੀ। ਮਾਣ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ ਸਿੱਖਾਂ ਨੇ ਸਦਕਾ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਕੜੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਧਾਰ ਤੇ ਗਦੇ ਥਾਣੀ। ਮਾਣ ਖਾਲਸੇ ਦਾ ਕਈ ਚਮਕੌਰ ਵਰਗੀਆਂ ਗੜੀਆਂ ਸਿੱਖਾਂ ਨੇ ਸਦਕਾ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ। ਪੁੱਛੋ ਤਤੀਆਂ ਤਵੀਆਂ ਤੋਂ ਪੁੱਛੋ ਤਤੀਆਂ ਤਵੀਆਂ ਤੋਂ ਦੱਸਣ ਕੀ ਉਬਲਦੀਆਂ ਦੇਗਾਂ